ਦਿੱਤਾ ਕਿ ਮੈਂ ਉਹਦੇ ਵਚਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰ ਸਕਾਂ। ਇੱਕ ਵਾਰੀ ਫਿਰ ਮੈਂ ਸਾਰਿਆਂ ਨੂੰ ਜੈ ਮਸੀਹ ਕਹਿੰਦੀ, ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ। ਔਰ ਅੱਜ ਜੋ ਭੈਣਾਂ ਦੀ ਮੀਟਿੰਗ ਹੈ, ਪਰਮੇਸ਼ਵਰ ਨੇ ਮੌਕਾ ਦਿੱਤਾ ਕਿ ਭੈਣਾਂ ਦੇ ਵਿੱਚ ਮੈਂ ਉਹਦੇ ਵਚਨਾਂ ਨੂੰ ਸ਼ੇਅਰ ਕਰ ਸਕਾਂ, ਬੋਲ ਸਕਾਂ। ਸਾਡੇ 'ਚ ਕੋਈ ਖੂਬੀ ਲਿਆਕਤ ਨਹੀਂ ਹੈ, ਲੇਕਿਨ ਪਰਮੇਸ਼ਵਰ ਨੇ ਸਾਨੂੰ ਸਾਮਰਥ ਔਰ ਸਾਨੂੰ ਬਲ ਹਿੰਮਤ ਦਿੱਤੀ ਹੈ ਕਿ ਉਹਦੇ ਵਚਨਾਂ ਨੂੰ ਲੈ ਕੇ ਅਸੀਂ ਖੜੇ ਹੋਈਏ ਔਰ ਉਹਦੀ ਆਤਮਾ ਦੇ ਵਿੱਚ ਭਰ ਕੇ ਅਸੀਂ ਉਹਦੇ ਵਚਨਾਂ ਨੂੰ ਕਰੀਏ। ਆਈਏ ਅਸੀਂ ਸਭ ਤੋਂ ਪਹਿਲਾਂ ਛੋਟੀ ਜੀ ਪ੍ਰਾਰਥਨਾ ਕਰਾਂਗੇ। ਮਹਾਨ ਸਰਵਸ਼ਕਤੀਮਾਨ ਪ੍ਰਭੂ ਜੀ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ ਪਿਤਾ ਜੀ, ਤੁਹਾਡੀ ਮਹਿਮਾ ਕਰਦੇ ਹਾਂ। ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ, ਅੱਜ ਦੇ ਸੁੰਦਰ ਵਚਨਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਮੈਂ ਪ੍ਰਾਰਥਨਾ ਕਰਦੀ ਪਿਤਾ ਜੀ, ਹਰ ਇੱਕ ਜਨ ਦੇ ਲਈ ਪਿਤਾ, ਜੋ ਕੋਈ ਵੀ ਪਿਤਾ ਜੀ ਦੇਖ ਰਿਹਾ ਔਰ ਤੇਰੇ ਵਚਨਾਂ ਨੂੰ ਸੁਣ ਰਿਹਾ ਪਿਤਾ, ਉਹਦੀ ਜ਼ਿੰਦਗੀ ਦੇ ਵਿੱਚ ਪਿਤਾ ਜੀ ਇਹ ਵਚਨ 100 ਗੁਣਾ ਫਲ ਲੈ ਕੇ ਆਣ ਪਿਤਾ। ਤੂੰ ਉਹਨਾਂ ਦੇ ਹਿਰਦਿਆਂ ਨੂੰ ਚੇਂਜ ਕਰ ਪਿਤਾ ਜੀ, ਮਨਾਂ ਨੂੰ ਖੋਲ ਦੇ, ਬਦਲ ਦੇ, ਤਾਂ ਜੋ ਤੇਰੇ ਵਚਨ ਇਹਨਾਂ ਦੇ ਹਿਰਦਿਆਂ ਵਿੱਚ ਸਮਾ ਸਕਣ ਔਰ ਇਸ ਵਚਨ ਤੇ ਚੱਲ ਕੇ ਤੇਰੇ ਕੋ ਆਸ਼ੀਸ਼ ਤੇ ਬਰਕਤ ਪਾ ਸਕਣ ਪਿਤਾ ਜੀ। ਤੇਰਾ ਨਾਮ ਸਾਡੀ ਜ਼ਿੰਦਗੀਆਂ 'ਚ ਉੱਚਾ ਹੋਵੇ, ਤੇਰਾ ਨਾਮ ਨੂੰ ਮਹਿਮਾ ਮਿਲੇ ਪਿਤਾ ਜੀ। ਅਸੀਂ ਜੋ ਕੁਝ ਵੀ ਕਰੀਏ ਉਹਦੇ ਵਿੱਚ ਤੇਰਾ ਨਾਮ ਹੀ ਉੱਚਾ ਹੋਏ ਪਿਤਾ ਪਰਮੇਸ਼ਵਰ। ਤੇਰਾ ਧੰਨਵਾਦ ਕਰਦੇ ਹਾਂ, ਤੇਰੀ ਤਾਰੀਫ ਕਰਦੇ ਹਾਂ, ਯੀਸ਼ੂ ਮਸੀਹ ਨਾਮ 'ਚ ਮੰਗਦੇ ਹਾਂ, ਆਮੀਨ। ਬਾਈਬਲ ਦੇ ਵਿੱਚ ਜਦੋਂ ਅਸੀਂ ਸਾਰੇ ਜਣੇ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਵੂਮਨ ਔਰ ਬਹੁਤ ਸਾਰੀਆਂ ਦਾਸੀਆਂ ਪਰਮੇਸ਼ਵਰ ਦੀਆਂ ਹੈ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਬਹੁਤ ਅਦਭੁਤ ਤਰੀਕੇ ਦੇ ਨਾਲ ਯੂਜ਼ ਕੀਤਾ ਹੈ। ਅੱਜ ਸਾਨੂੰ ਵੀ ਪਰਮੇਸ਼ਵਰ ਇੱਕ ਕੋਲਿੰਗ 'ਚ ਬੁਲਾਉਂਦੇ ਆ, ਇੱਕ ਮਕਸਦ ਲਈ ਬੁਲਾਉਂਦੇ ਆ ਔਰ ਵੱਖ-ਵੱਖ ਪਰਪਸ ਹੈ ਸਾਡੀ ਲਾਈਫ ਦੇ ਵਿੱਚ ਵੀ। ਕਿਸ ਤਰ੍ਹਾਂ ਸਾਨੂੰ ਪਰਮੇਸ਼ਵਰ ਯੂਜ਼ ਕਰਦੇ ਆ ਨਹੀਂ ਪਤਾ। ਜਿੱਦਾਂ ਅਸੀਂ ਜਾਣਦੇ ਹਾਂ ਕਿ ਹੰਨਾ ਸੀਗੀ, ਜੋ ਹੰਨਾ ਨੂੰ ਪਰਮੇਸ਼ਵਰ ਨੇ ਸੈਮੂਅਲ ਦੇ ਰਾਹੀਂ, ਉਹਦੀ ਕਹਾਣੀ ਬਾਈਬਲ ਦੇ ਵਿੱਚ ਲਿਖੀ ਗਈ ਕਿ ਉਹਨੂੰ ਸੈਮੂਅਲ ਇੱਕ ਪੁੱਤਰ ਦਿੱਤਾ ਜਦੋਂ ਜਾ ਕੇ ਪ੍ਰਾਰਥਨਾ ਕਰਦੀ ਸੀ ਔਰ ਏਲੀ ਦੁਆਰਾ ਉਸਨੂੰ ਭਵਿੱਖਬਾਣੀ ਕੀਤੀ ਗਈ ਔਰ ਉਸਨੂੰ ਬਲੈਸਿੰਗ ਮਿਲੀ। ਐਸਤਰ ਨੇ ਰੋਜ਼ੇ ਰੱਖ ਕੇ 3 ਦਿਨ ਔਰ 3 ਰਾਤ ਆਪਣੇ ਲੋਕਾਂ ਨੂੰ ਬਚਾਇਆ। ਮਾਰਥਾ, ਮਰੀਅਮ ਜੋ ਪਰਮੇਸ਼ਵਰ ਦੇ ਨਾਲ ਬਹੁਤ ਪਿਆਰ ਕਰਦੇ ਸੀ। ਓਲਡ ਟੈਸਟਮੈਂਟ ਐਂਡ ਨਿਊ ਟੈਸਟਮੈਂਟ ਦੇ ਆਪਾਂ ਵਿੱਚ ਦੇਖਦੇ ਹਾਂ ਕਿ ਬਹੁਤ ਸਾਰੀ ਵੂਮਨਸ, ਬਹੁਤ ਸਾਰੀਆਂ ਲੇਡੀਜ਼ ਹੈ ਜੋ ਪਰਮੇਸ਼ਵਰ ਦੇ ਕੰਮਾਂ ਨੂੰ ਕਰਦੀਆਂ ਸੀ, ਪਰਮੇਸ਼ਵਰ ਦੇ ਵਚਨਾਂ ਨੂੰ ਮੰਨਦੀਆਂ ਸੀ ਔਰ ਉਸ ਸਮੇਂ ਪਰਮੇਸ਼ਵਰ ਦੇ ਨਾਲ ਸੀ। ਜਦੋਂ ਯੀਸ਼ੂ ਮਸੀਹ ਕਰੂਸ ਤੇ ਮਰ ਗਏ ਸੀਗੇ, ਕਰੂਸ ਤੇ ਚੜਾਇਆ ਗਿਆ ਸੀ ਉਹਨਾਂ ਨੂੰ, ਤਾਂ ਕਬਰ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਗਈਆਂ ਸੀ ਤੀਸਰੇ ਦਿਨ ਤਾਂ ਲੇਡੀਜ਼ ਗਈਆਂ ਸੀਗੀਆਂ ਦੇਖਣ ਵਾਸਤੇ ਔਰ ਉਹਨਾਂ ਨੇ ਦੇਖਿਆ ਕਿ ਕਬਰ ਖਾਲੀ ਹੈ ਔਰ ਬਾਹਰ ਆ ਕੇ ਉਹਨਾਂ ਨੇ ਸੁਸਮਾਚਾਰ ਔਰ ਪ੍ਰਚਾਰ ਕੀਤਾ ਕਿ ਪਰਮੇਸ਼ਵਰ ਜੋ ਕਹਿੰਦੇ ਸੀਗੇ ਉਹਨਾਂ ਨੇ ਆਪਣੇ ਵਚਨਾਂ ਨੂੰ ਪੂਰਾ ਕੀਤਾ ਔਰ ਉਹ ਜ਼ਿੰਦਾ ਹੋ ਚੁੱਕੇ ਹੈ। ਅੱਜ ਜਦੋਂ ਅਸੀਂ ਦੇਖਾਂਗੇ ਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਇੱਕ 2 ਲੇਡੀਜ਼ ਬਾਰੇ, ਅਸੀਂ ਦਾਸੀਆਂ ਬਾਰੇ ਪੜਾਂਗੇ ਔਰ ਸਮਝਾਂਗੇ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਕਿੱਦਾਂ ਯੂਜ਼ ਕੀਤਾ ਹੈ। ਇੱਕ ਹੈ ਦਿਬੋਰਾ ਔਰ ਉਸੇ ਪੁਸਤਕ ਦੇ ਵਿੱਚ ਹੈਗੀ ਹੈ ਜਾਇਲ। ਅਸੀਂ ਕੱਢਾਂਗੇ ਜੱਜਸ ਦੀ ਕਿਤਾਬ, ਨਿਆਂਇਆਂ ਦੀ ਪੁਸਤਕ, ਉਸ ਦਾ 4 ਬਾਬ। ਆਪਣੇ ਬਾਈਬਲਸ ਨੂੰ ਅਸੀਂ ਖੋਲਾਂਗੇ, ਜੱਜਸ ਦੀ ਪੁਸਤਕ, ਨਿਆਂਇਆਂ, ਉਹਦਾ 4 ਬਾਬ, ਉਹਦੀ 17 ਆਇਤ। शुरू तो पढ़ते हैं 1 तो। जब एहूद मर गया तब इजराइलियों ने फिर यहोवा की दृष्टि में बुरा किया, इसीलिए यहोवा ने उनको हसोर में विराजने वाले कनान के राजा यबीन के अधीन कर दिया, जिसका सेनापति सिसरा था, जो अन्य जातियों की हरोशेत का निवासी था। तब इजराइलियों ने यहोवा की दुहाई दी, क्योंकि सिसरा के पास लोहे के 900 रथ थे और वह इजराइलियों पर 20 वर्ष तक बड़ा अंधेर करता रहा। इथे की लिखा कि एहूद ਜਦੋਂ ਮਰ ਗਿਆ ਸੀ ਤੇ ਇਜ਼ਰਾਈਲੀਆਂ ਨੇ ਯਹੋਵਾ ਦੀ ਦ੍ਰਿਸ਼ਟੀ ਦੇ ਵਿੱਚ ਬੁਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਜੋ ਕਿ ਪਰਮੇਸ਼ਵਰ ਦੇ ਵਚਨਾਂ ਦੇ ਵਿਰੁੱਧ ਸੀਗੇ। ਉਸ ਸਮੇਂ ਇੱਕ ਪ੍ਰੋਫੈਟ ਸੀਗੀ ਦਬੋਰਾ, ਜੋ ਉੱਥੇ ਇਜ਼ਰਾਈਲੀਆਂ ਦਾ ਨਿਆਂ ਕਰਦੀ ਸੀ। ਉਹ ਜੱਜ ਸੀਗੀ ਉਸ ਟਾਈਮ ਤੇ ਔਰ ਅਸੀਂ ਉਹਦੇ ਬਾਰੇ ਥੱਲੇ ਪੜਾਂਗੇ 4 ਚ ਕੀ ਲਿਖਿਆ ਹੈ। उस समय लपिदोत की स्त्री दबोरा जो नबिया थी, एक दबोरा जो कि नबिया थी, प्रोफेट थी, इजराइलियों का न्याय करती थी।
वह एप्रेम के पहाड़ी देश में रामा और बेतेल के बीच में दबोरा के खजूर के तले बैठा करती थी और इजरायली उसके पास न्याय के लिए जाया करते थे। देखो एक परमेश्वर दी दासी उस समय न्याय कर रही है जिस समय हालात बहुत ज्यादा बुरे सी और पाप इन्ना वध चुकिया सीगा कि इजरायली जड़े सीगे वो बिल्कुल भी परमेश्वर दे आग्याकारी नहीं सी। और फिर भी उत्थे उस समय दे विच ਉਹ ਭਵਿੱਖਬਾਣੀ ਕਰ ਰਹੀ ਹੈ, ਭਵਿੱਖਬਾਣੀ ਕਰਕੇ ਲੋਕਾਂ ਦਾ ਫੈਸਲਾ ਕਰ ਰਹੀ ਹੈ, ਨਿਆਂ ਕਰ ਰਹੀ ਹੈ। और देखो की भविष्यवाणी करती है, अगे असी देखते हैं की लिखा है। उसने अबीनोम के पुत्र बराक को के देश नप्ताली में से बुलाकर कहा, क्या इजराइल के परमेश्वर यहोवा ने ये आज्ञा नहीं दी कि तू जाकर तबोर पहाड़ पर चढ़ और नप्ताली और जिबलूनियों में के 10,000 पुरुषों का संग ले जा। तब मैं यबीन के सेनापति सिसरा को रथों और भीड़-भाड़ समेत किशोन नदी तक तेरी ओर खींच ले आऊंगा और उसको तेरे हाथ में कर दूंगा। बराक ने उससे कहा, यदि तू मेरे संग चलेगी तो मैं जाऊंगा, नहीं तो नहीं जाऊंगा। इत्थे वो बराक नू उपदेश दिंदी है, बराक नू कहंदी है कि तू उठ और खड़ा हो और सिसरा दे विरुद्ध उत्थे जाके लड़ाई कर, क्योंकि सिसरा ने 20 साल तक, ऊपर असी देखिए 3 लिखा है, वह इजरायलियों पर 20 वर्ष तक बड़ा अंधेर करता रहा। सिसरा ने इन्ना अत्याचार और इन्ना अंधेर इजरायलियां ते करता सी कि लोग उस तो दुखी हो चुके सी। और देबोरा ने बराक नू खड़ा किया ओदे लई, उन्हां लड़न दे लई। अगे पढ़िए की लिखिया है उन्हें, अथे की लिखा है, उसने कहा, निस्संदेह मैं तेरे संग चलूंगी, तो भी इस यात्रा से तेरी कुछ बड़ाई ना होगी, क्योंकि यहोवा सिसरा को एक स्त्री के अधीन कर देगा। लिख के दई जाओ। बराक जड़ा सीगा उसनू ਉਹ ਖੜਾ ਕਰਦੀ ਹੈ ਕਿ ਜਾ ਕੇ ਅਸੀਂ ਇਹਨਾਂ ਦੇ ਵਿਰੁੱਧ ਲੜਨਾ ਹੈ, ਬਟ ਉਹਨੂੰ ਕਹਿੰਦੀ ਹੈ ਕਿ ਪਰਮੇਸ਼ਰ ਉਸ ਨੂੰ ਇੱਕ ਇਸਤਰੀ ਦੇ ਅਧੀਨ ਕਰ ਦੇਗਾ। ਇੱਥੇ ਉਹ ਭਵਿੱਖਬਾਣੀ ਕਰ ਰਹੀ ਹੈ ਔਰ ਦੱਸ ਰਹੀ ਹੈ ਕਿ ਉਹਨੂੰ ਉਹ ਇਸਤਰੀ ਦੇ ਅਧੀਨ ਕਰ ਦੇਗਾ, ਜਿਹੜੀ ਕਿ ਅੱਗੇ ਜਾ ਕੇ ਪੂਰੀ ਹੁੰਦੀ ਹੈ। ਅਸੀਂ ਦੇਖਾਂਗੇ ਉਸ ਤੋਂ ਬਾਅਦ, ਤੁਸੀਂ ਫ੍ਰੀ ਜਦੋਂ ਹੋਗੇ पूरा चैप्टर पढ़ सकते हो। ਤਾਂ 12वीं आयत च लिखा है, जब सिसरा को ये समाचार मिला अबीनोम का पुत्र बराक तबोर पहाड़ पर चढ़ गया है, तब सिसरा ने अपने सब रथ जो लोहे के 900 रथ थे और अपने संग की सारी सेना को अन्य जाति के हरोशेत से किशोन नदी पर बुलवाया। सिसरा नू पता लग गया कि मेरे कोई विरुद्ध खड़ा हो गया है जो मेरे नाल लड़ाई लैन लई आ रहा है। उन्हें की कीता, अपने सारे बंदे और सारे 900 रथ जिन्ना ओदे कोलों सीगा ਉਹ ਸਭ ਨੂੰ ਉਸਨੇ ਤਿਆਰ ਕਰ ਲਿਆ। ਕਿਹਦੇ ਲਈ? ਯੁੱਧ ਕਰਨ ਦੇ ਲਈ। युद्ध होया, अगे असी पढ़ांगे युद्ध होया तो की होया 15 च, तब यहोवा ने सारे रथों वरन सारी सेना समेत सिसरा को तलवार से बराक के सामने घबरा दिया। सिसरा जड़ा सी वो बराक दे सामने डर गया, लेकिन बराक ने सिसरा नू हजे मारिया नहीं सी, सिर्फ वो डरिया सीगा, क्योंकि उत्थे एक दिबोरा जड़ी सीगी परमेश्वर दी दासी, उसने भविष्यवाणी कीती सी कि परमेश्वर सिसरा नू यहोवा एक स्त्री दे अधीन कर देगा। ओदी प्रोफेसी फुलफिल होनी अजे बाकी सी। उत्थे की होया, जदों सिसरा ओदे तो डर गया बराक तो, और बराक ने अन्य जाति के हर्षेत तक रथों और सेना का पीछा किया और तलवार से सिसरा की सारी सेना को नष्ट की गई और एक भी मनुष्य ना बचा। बराक ने सारी सेना नू नष्ट कीता, बट सिसरा नू नष्ट नहीं कीता। स्टोरी नू असी ध्यान नाल समझिए, बहुत डीप गल्लां ने इहदे विच, लेकिन असी देखिए कि बराक नू नबी लैके आंदी है, एक दिबोरा जो परमेश्वर दी दासी, वो लैके आंदी कि लड़ाई लड़ और इस जड़ा दुष्ट है इस नू खत्म कर, लेकिन उसनू परमेश्वर ने एक स्त्री दे अधीन कर दिता। और सारी सेना तो खत्म कर दिंदा है, बट उसनू मार नहीं सकदा और सक्या। अगे देखिए की लिखा है, परंतु सिसरा पाम हेबेर केनी की स्त्री याएल के डेरे को भाग गया। सिसरा किथे चला गया? सिसरा भज के याएल एक स्त्री है थे, ओदे घर चला गया।
क्योंकि हसोर के राजा यबीन और हबेर केनी में मेल था। ਜਿਹੜਾ ਯੇਲ ਸੀਗੀ ਉਹਦਾ ਹਸਬੈਂਡ और ਜਿਹੜਾ ਉੱਥੇ ਦਾ ਰਾਜਾ ਸੀ ਜਿਹਦੇ ਵਿਰੁੱਧ ਲੜਾਈ ਲਿੱਤੀ ਗਈ ਉਹ ਆਪਸ ਚ फ्रेंड ਸੀਗੇ। लेकिन याएल ने देखो की कीता। तब याएल सिसरा से भेंट के लिए निकलकर उससे कहने लगी, हे मेरे प्रभु, आ मेरे पास आ और ना डर। तब वह उसके पास डेरे में गया और उसने उसके ऊपर कंबल डाल दिया। तब सिसरा ने उससे कहा, मुझे प्यास लगी है, मुझे थोड़ा पानी पिला। तब उसने दूध की कुप्पी खोलकर उसे दूध पिलाया और उसको उड़ा दिया। देखो ਉਹਦੇ ਘਰ ਆਂਦਾ ਹੈ, ਉਹਦੇ ਘਰ ਆ ਕੇ ਉਹਨੂੰ ਬੁਲਾਉਂਦੀ ਹੈ, ਉਹਨੂੰ ਕੰਬਲ ਦਿੰਦੀ ਹੈ ਸੌਣ ਦੇ ਲਈ, ਉਹਨ ਕੋਲੋਂ ਪਾਣੀ ਮੰਗਦਾ ਹੈ, ਉਹਨੂੰ ਦੁੱਧ ਪਿਲਾਉਂਦੀ ਹੈ, ਪਿਆਰ ਦੇ ਨਾਲ ਉਹਨੂੰ ਅੰਦਰ ਲੈ ਕੇ ਆਂਦੀ ਹੈ, ਪਿਆਰ ਦੇ ਨਾਲ ਉਹਨੂੰ ਪਾਣੀ ਦੀ ਜਗ੍ਹਾ ਦੁੱਧ ਪਿਲਾਉਂਦੀ ਹੈ ਔਰ ਕੰਬਲ ਦਿੰਦੀ ਹੈ ਤਾਂ ਕਿ ਉਹ ਆਰਾਮ ਦੀ ਨੀਂਦ ਸੋ ਸਕੇ, ਕਿਉਂਕਿ ਉਹ ਭੱਜ ਕੇ ਆਇਆ ਸੀ ਔਰ ਆਪਣੀ ਜਾਨ ਬਚਾ ਕੇ ਆਇਆ ਸੀ। VH देखेंगे। तब उसने उससे कहा, डेरे के द्वार पर खड़ी रह और यदि कोई आकर तुझसे पूछे यहाँ कोई पुरुष है तब कहना कोई भी नहीं। इसके बाद हेबेर की स्त्री याएल ने डेरे की एक खूंटी ली और अपने हाथ में एक हथौड़ा भी लिया और दवे पांव उसके पास जाकर खूंटी को उसकी कनपटी में ऐसा ठोक दिया कि खूंटी पार होकर भूमि में धंस गई। वह तो थका था, इसीलिए गहरी नींद में सो रहा था, अंत वह मर गया। देखिए किदा एक याएल इत्थे इन्हें परमेश्वर की आवाज ने सुनी, ਇਹਦਾ मतलब है परमेश्वर ਦੀ ਦਾਸੀ ਹੈ। ਇਹਦਾ ਕੋਈ ਪਰਸਨਲ ਗੁੱਸਾ, ਪਰਸਨਲ ਬਦਲਾ ਲੈਣ ਦਾ ਕੰਮ ਨਹੀਂ ਸੀ ਇਹਦੇ ਨਾਲ, ਸਿਸਰਾ ਦੇ ਨਾਲ। ਸਿਰਫ ਇੱਕ ਪਰਮੇਸ਼ਰ ਦੀ ਦਾਸੀ ਦੀ ਜਿਹੜੀ ਭਵਿੱਖਬਾਣੀ ਕੀਤੀ ਗਈ ਸੀ ਉਸਨੂੰ ਪੂਰਾ ਕਰਨ ਦੇ ਲਈ ਪਰਮੇਸ਼ਵਰ ਨੇ ਇਸ याएल ਇਸਤਰੀ ਨੂੰ ਯੂਜ਼ ਕੀਤਾ। ਔਰ ਦੇਖੋ ਉਹਨੇ ਕਿੰਨਾ ਇੱਕ ਜਿਹੜਾ ਸਿਸਰਾ ਸੈਨਾਪਤੀ ਸੀ, ਜਿਹੜਾ ਇਜ਼ਰਾਈਲੀਆਂ ਦੇ ਲਈ ਇੰਨਾ ਖਤਰਨਾਕ ਬਣਿਆ ਸੀਗਾ, ਅਤਿਆਚਾਰ ਕਰਦਾ ਸੀ, ਬੜਾ ਕਰੂਰ ਮਨੁੱਖ ਸੀਗਾ, ਜਿਹਦੇ ਤੋਂ ਲੋਕ ਬਹੁਤ ਦੁਖੀ ਸੀਗੇ, ਉਹਨੂੰ ਕਿੱਦਾਂ ਮਾਰਿਆ, ਉਹਨੂੰ ਦੁੱਧ ਪਿਲਾਇਆ ਪਾਣੀ ਦੇ ਬਦਲੇ, ਉਹਨੂੰ ਕੰਬਲ ਦਿੱਤਾ ਔਰ ਜਦੋਂ ਗਹਿਰੀ ਨੀਂਦ 'ਚ ਸੋ ਗਿਆ तो उस तो बाद की एक खुट्टी लीती और एक हथौड़ा लिता, ओदी खोपड़ी दे विच ऐदां ठोकिया कि इधरों पार निकल गया और वो तुरंत ही मर गया। याएल जिहड़ी सीगी ਉਹ इजराइली नहीं सी अजे, ਉਹਨੂੰ इजराइलियां तो बाहर सीगी। याएल ने उस समय जो एक्ट किया, जो एक्शन लिया, वो परमेश्वर की आवाज नूं सुन के लिया। उन्होंने पता सी इस मनुख ने, इस दुष्ट ने लोगां नूं बहुत सताया होया। उन्हें इजराइलियां नूं बचाने दे लई उन्होंने घर बुला के मारिया। ਅੱਜ ਜਦੋਂ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਆਂ ਤਾਂ ਸ਼ੈਤਾਨ ਅਗਰ ਸਾਡੀ ਜ਼ਿੰਦਗੀ 'ਚ, ਸਾਡੇ ਘਰ, ਸਾਡੇ ਪਰਿਵਾਰ ਜਾਂ ਮੈਂਬਰ ਦੇ ਵਿੱਚ ਆਂਦਾ ਹੈ ਤਾਂ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਉਸੇ ਵਕਤ ਸਾਨੂੰ ਡਾਂਟਣਾ ਚਾਹੀਦਾ ਹੈ, ਸਾਨੂੰ ਪਹਿਚਾਨਣਾ ਚਾਹੀਦਾ ਹੈ ਕਿ ਇਹ ਇਨਸਾਨ ਜੋ ਸਾਡੇ ਘਰ 'ਚ, ਸਾਡੀ ਜ਼ਿੰਦਗੀ 'ਚ ਆਇਆ ਹੈ, ਇਹ ਪਰਮੇਸ਼ਰ ਵੱਲੋਂ ਹੈ ਜਾਂ ਕਿਸੇ ਹੋਰ ਤਾਕਤ ਦੇ ਵੱਲੋਂ ਆਇਆ ਹੈ। ਇਹ ਸਾਡੀ ਜ਼ਿੰਦਗੀ ਲਈ ਕੋਈ ਅੱਛਾ ਬਣੇਗਾ ਜਾਂ ਬੁਰਾ ਬਣੇਗਾ, ਅਸੀਂ ਕਿੱਦਾਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢਣਾ ਹੈ, ਕਿੱਦਾਂ ਇਸ ਨੂੰ ਮਾਰਨਾ ਹੈ, ਸ਼ੈਤਾਨ ਨੂੰ ਕਿੱਦਾਂ ਖਤਮ ਕਰਨਾ ਹੈ। ਸੈਕਿੰਡ ਥਿੰਗ ਕਿ ਉਸਨੇ ਉਹ ਟੂਲ ਯੂਜ਼ ਕੀਤੇ ਜੋ ਡੇਲੀ ਯੂਜ਼ ਕਰਦੀ ਸੀਗੀ। ਉਹ ਜਿਹੜੀ ਖੂਟੀ ਔਰ ਉਹਨੇ ਹਥੌੜਾ ਲਿਆ, ਉਹ ਉਹਦਾ ਕੰਮਕਾਰ ਸੀਗਾ। ਉਹ ਟੈਂਟ ਬਣਾਉਣ ਦਾ ਕੰਮ ਕਰਦੇ ਸੀ ਉਸ ਸਮੇਂ ਉੱਥੇ ਦੇ ਲੋਕ, ਔਰ ਉਹਨੂੰ ਬਹੁਤ ਅੱਛਾ ਐਕਸਪੀਰੀਅੰਸ ਸੀਗਾ ਉਸ ਖੋਟੀ ਨੂੰ ਜ਼ਮੀਨ ਦੇ ਵਿੱਚ ਖੋਦਣ ਦਾ, ਟੈਂਟ ਬਣਾਉਣ ਦਾ। ਔਰ ਉਹਨੂੰ ਪਤਾ ਸੀ ਮੈਂ ਜਿੱਦਾਂ ਹੀ ਇਹਦੀ ਖੋਪੜੀ ਤੇ ਮਾਰਾਂਗੀ, ਇਹਦੀ ਆਰ ਪਾਰ ਹੋ ਜਾਏਗੀ ਖੂਟੀ ਔਰ ਇਹ ਮਰ ਜਾਏਗਾ, ਬਿਕੋਜ਼ ਉਹਨੂੰ ਐਕਸਪੀਰੀਅੰਸ ਸੀਗਾ ਉਸ ਗੱਲ ਦਾ ਕਿ ਮੈਂ ਇਹ ਟੂਲਸ ਨੂੰ ਕਿੱਦਾਂ ਯੂਜ਼ ਕਰਨਾ ਹੈ। ਦਾਊਦ ਨੇ ਜਦੋਂ ਗੋਲੀਅਤ ਨੂੰ ਮਾਰਿਆ ਸੀ, ਪਹਿਲਾ ਸੈਮੂਅਲ 'ਚ ਜਦੋਂ ਅਸੀਂ ਪੜ੍ਹਦੇ ਹਾਂ 17 ਬਾਪ ਦੀ 45 'ਚ, ਦਾਊਦ ਨੇ ਕਿੱਦਾਂ ਮਾਰਿਆ ਸੀਗਾ ਉਹਨੂੰ, ਗੋਲੀਅਤ ਨੂੰ।
ਗੋਲੀਅਤ ਪੂਰੇ ਸ਼ਸਤਰ ਵਸਤਰ ਧਾਰ ਕੇ ਆਇਆ, ਟੋਪ ਪਾ ਕੇ ਆਇਆ, ਆਪਣੇ ਆਪ ਨੂੰ ਪੂਰਾ ਕਵਰ ਕਰਕੇ ਆਇਆ, ਲੇਕਿਨ ਦਾਊਦ ਨੇ ਇੱਕ ਪੱਥਰ ਔਰ ਗਲੇਲ ਦੇ ਨਾਲ, ਇੱਕ ਪੱਥਰ ਉਹਦੇ ਮੱਥੇ ਦੇ ਜਦੋਂ ਸੈਂਟਰ ਤੇ ਵੱਜਾ ਤੇ ਉਹ ਡਿੱਗ ਗਿਆ ਤੇ ਉਹਨੂੰ ਖਤਮ ਕਰ ਦਿੱਤਾ। ਦਾਊਦ ਨੇ ਉਸ ਪੱਥਰ ਨੂੰ ਔਰ ਗਲੇਲ ਨੂੰ ਯੂਜ਼ ਕੀਤਾ ਹੋਇਆ ਸੀ। ਉਹ ਐਕਸਪੀਰੀਅੰਸ ਸੀਗਾ ਉਸ ਟੂਲ ਨੂੰ ਯੂਜ਼ ਕਰਨ ਦੇ ਲਈ, ਕਿਉਂਕਿ ਉਹ ਜਦੋਂ ਭੇਡ ਬੱਕਰੀਆਂ ਦਾ ਚਰਵਾਹਾ ਸੀਗਾ, ਰਾਖੀ ਕਰਦਾ ਸੀ, ਤਾਂ ਉਹਨੂੰ ਪਤਾ ਸੀ ਮੈਂ ਆਪਣੀ ਭੇਡ ਬੱਕਰੀਆਂ ਦੀ ਰਾਖੀ ਕਿੱਦਾਂ ਕਰਨੀ ਹੈ, ਇਹਨਾਂ ਨਾਲ ਮਾਰਨਾ ਹੈ। ਉਹ ਮਾਰ ਦਿੰਦਾ ਸੀ ਭਾਲੂ, ਸ਼ੇਰ ਸਭ। ਉਹਨੇ ਗੋਲੀਅਤ ਨੂੰ ਵੀ ਉਦਾਂ ਹੀ ਮਾਰਿਆ ਔਰ ਉਹਨੇ ਕਿਹਾ ਮੈਂ ਆਪਣੇ ਸੈਨਾ ਦੇ ਯਹੋਵਾ ਦੇ ਨਾਮ ਦੇ ਵਿੱਚ ਆਨਾ ਵਾਂ। ਉਹਨੇ ਆਪਣੇ ਯਹੋਵਾ ਦੇ ਨਾਮ ਦੇ ਵਿੱਚ ਉਹਨੂੰ ਜਾ ਕੇ ਮਾਰਿਆ। ਅੱਜ ਸਾਡੀ ਲੜਾਈ ਕਿਸੇ ਸ਼ਰੀਰ ਨਾਲ, ਕਿਸੇ ਮਾਸ ਨਾਲ, ਕਿਸੇ ਲਹੂ ਨਾਲ ਨਹੀਂ ਹੈ। ਬਾਈਬਲ 'ਚ ਲਿਖਿਆ ਹੈ ਸਾਡੀ ਲੜਾਈ, ਇਫਸੀਆਂ 6:12 ਦੇ ਵਿੱਚ ਅਸੀਂ ਪੜਾਂਗੇ, ਉੱਥੇ ਲਿਖਿਆ ਹੈ ਕਿ ਆਵਰ ਬੈਟਲ ਵਿਦ ਅ ਨੋਟ ਅ ਪਰਸਨ। ਸਾਡੀ ਜਿਹੜੀ ਬੈਟਲ ਲੜਾਈ ਆ ਪਰਸਨ ਕਿਸੇ ਦੇ ਨਾਲ ਨਹੀਂ, ਖੂਨ ਦੇ ਨਾਲ ਨਹੀਂ, ਡਾਰਕਨੈਸ ਦੇ ਨਾਲ ਆ, ਅੰਧੇਰੇ ਦੇ ਕੰਮਾਂ ਦੇ ਨਾਲ ਆ, ਅੰਧੇਰੇ ਦੀਆਂ ਤਾਕਤਾਂ ਦੇ ਨਾਲ ਸਾਡੀ ਲੜਾਈ ਹੈ। ਔਰ ਅੱਜ ਅਸੀਂ ਅੰਧੇਰੇ ਦੀਆਂ ਤਾਕਤਾਂ ਦੇ ਨਾਲ ਜਦੋਂ ਲੜਨਾ ਹੈ ਤਾਂ ਉਹਨਾਂ ਨੂੰ ਆਪਣੇ ਟੂਲਸ ਯੂਜ਼ ਕਰਕੇ ਕਿੱਦਾਂ ਖਤਮ ਕਰਨਾ ਹੈ, ਇਹਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਸਾਡਾ ਰੋਜ਼ ਦਾ ਜਿਹੜਾ ਟੂਲਸ ਹੋਏਗਾ, ਕੀ ਹੋਏਗਾ ਜਦੋਂ ਅਸੀਂ ਵਚਨ ਪੜ੍ਹਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਪਰਮੇਸ਼ਰ ਦੇ ਸ਼ਬਦਾਂ ਦਾ ਅੰਗੀਕਾਰ ਕਰਦੇ, ਸਾਡੇ ਅਸਲੀ ਟੂਲਸ ਉਹ ਨੇ ਕਿ ਜਦੋਂ ਬਿਮਾਰੀ ਆਂਦੀ ਹੈ ਅਸੀਂ ਵਚਨ ਬੋਲਣਾ ਹੈ, ਟੂਲ ਨੂੰ ਇਸਤੇਮਾਲ ਕਰਨਾ ਹੈ ਕਿ ਯਿਸੂ ਦੇ ਮਾਰ ਖਾਣ ਦੇ ਨਾਲ, ਕੋੜੇ ਖਾਣ ਦੇ ਨਾਲ ਮੈਂ ਚੰਗੀ ਹੋ ਚੁੱਕੀ ਹਾਂ। ਤਾਂ ਦੇਖੋ ਸ਼ੈਤਾਨ ਕਿੱਦਾਂ ਭੱਜਦਾ ਹੈ। ਸਾਡੀ ਲੜਾਈ ਇਹਨਾਂ ਤਾਕਤਾਂ ਦੇ ਨਾਲ ਹੈ ਜੋ ਕਲੇਸ਼ ਪਾਉਂਦੀਆਂ, ਜੋ ਬਿਮਾਰੀ ਲੈ ਕੇ ਆਉਂਦੀਆਂ, ਜੋ ਦੁੱਖ ਲੈ ਕੇ ਆਉਂਦੀਆਂ, ਜੋ ਸੰਕਟ ਲੈ ਕੇ ਆਉਂਦੀਆਂ। ਪੜਾਂਗੇ ਅਸੀਂ ਇਫਸੀਆਂ 6:12 ਵਿੱਚ ਕੀ ਲਿਖਿਆ ਹੈ। दास तो पढ़ांगे, इसीलिए प्रभु में और उसकी शक्ति के प्रभाव में बलवंत बनो। इत्थे वचन कहंदा कि प्रभु दी शक्ति दे विच ते प्रभाव च की हो जाओ, बलवंत हो जाओ, क्योंकि इसे लड़ाई लड़नी है। याएल ने लड़ाई लड़ी, याएल ने लोगां दी टेंशन नहीं लिती, अपने हस्बैंड दी टेंशन नहीं लिती, उन्हें किसे दी टेंशन नहीं लिती कि मैं किड्डे वड्डे एक सेनापति नूं मारन दे लई जा रही हां। उन्हें देखिया कि ਇਹ शैतान ਵੱਲੋਂ है, ਇਹ शैतानी है, इस ਨੂੰ खत्म करना बहुत जरूरी है। और नबी दी परमेश्वर दी दासी दी भविष्यवाणी ਨੂੰ ਪੂਰੀ ਹੋਣਾ ਜ਼ਰੂਰੀ ਸੀ, ਇਸ ਲਈ ਉਹ याएल ਯੂਜ਼ ਕੀਤੀ ਗਈ। ਅੱਜ ਪਰਮੇਸ਼ਵਰ ਬਹੁਤ ਸਾਰੀ याएल ਨੂੰ ਯੂਜ਼ ਕਰਨਾ ਚਾਹੁੰਦਾ ਹੈ। ਅੱਜ ਪਰਮੇਸ਼ਵਰ ਬਹੁਤ ਸਾਰੀ ਦਿਬੋਰਾ ਨੂੰ ਯੂਜ਼ ਕਰਨਾ ਚਾਹੁੰਦਾ ਹੈ, ਭੈਣਾਂ ਨੂੰ ਯੂਜ਼ ਕਰਨਾ ਚਾਹੁੰਦਾ ਹੈ, ਔਰ ਚਾਹੁੰਦਾ ਕਿ ਅਸੀਂ ਆਤਮਿਕ ਹਥਿਆਰਾਂ ਨੂੰ ਪਹਿਨ ਲਈਏ, ਸੱਤਿਆ ਨੂੰ ਪਹਿਨ ਲਈਏ, ਧਾਰਮਿਕਤਾ ਨੂੰ ਪਹਿਨ ਲਈਏ, ਆਤਮਾ ਦੀ ਤਲਵਾਰ ਜੋ ਵਚਨ ਹੈ ਉਹਨੂੰ ਫੜ ਲਈਏ और शैतान नू मार मुकाइए। बाइबल च लिखा है बुराई नू की करिए सी खत्म करिए, क्योंकि हमारा ये मल्ल युद्ध लहू और मांस से नहीं परंतु प्रधानों से, अधिकारियों से, इस संसार के अंधकार के हकीमों से और दुष्ट की आत्मिक सेनाओं से है जो आकाश में है। साडा युद्ध इन्हां नाल है। अगे सानू की पहनन दी लोड़ है, सानू किहड़े अस्त्र शस्त्र पान दी लोड़ है। सानू धार्मिकता दी जिलम पहननी चाहिए। इत्थे लिखिया 14 बाब च अपनी सत्या नाल कमर कसनी असी, पांव में मेल के सुसमाचार की तैयारी के जूते पहनकर। सुसमाचार दी असी जूते पहने, मतलब कि हरदम तैयार रहना सुसमाचार करन दे लई। सुसमाचार करन दे लई असी किद्दां तैयार रवांगे? जदों असी वचन पढ़ांगे, परमेश्वर दी उपस्थिति च रवांगे, परमेश्वर नाल गलबात करांगे, वचना च प्रेयरफुल लाइफ रोजियां च अगे वधांगे, ਤਾਂ ਇਹ ਸਾਰੇ ਸ਼ਸਤਰ ਵਸਤਰ ਜਦੋਂ ਸਾਡੇ ਕੋਲ ਹੋਣਗੇ ਤੇ ਸ਼ੈਤਾਨ ਜਦੋਂ ਸਾਡੇ ਸਾਹਮਣੇ ਆਏਗਾ ਕਿਸੇ ਵੀ ਰੂਪ ਦੇ ਵਿੱਚ, ਅਸੀਂ ਬਹੁਤ ਜਲਦੀ ਉਹਨੂੰ ਇਹਨਾਂ ਹਥਿਆਰਾਂ ਦੇ ਨਾਲ ਮਾਰਨ ਦੇ ਲਈ ਤਿਆਰ ਹੋ ਜਾਵਾਂਗੇ। ਸਾਨੂੰ ਸੋਚਣਾ ਨਹੀਂ ਪਵੇਗਾ, ਅਸੀਂ ਦੇਰ ਨਹੀਂ ਲਾਵਾਂਗੇ, ਬਟ ਸਾਨੂੰ ਪਤਾ ਸੀ ਇਸ ਬੁਰਾਈ ਨੂੰ ਜਲਦੀ ਤੋਂ ਜਲਦੀ ਆਪਣੀ ਜ਼ਿੰਦਗੀ 'ਚ ਖਤਮ ਕਰਾਂਗੇ। ਹੋ ਸਕਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਐਸੀਆਂ ਸ਼ਕਤੀਆਂ ਕੰਮ ਕਰਦੀਆਂ ਹੋਣ ਅੰਧਕਾਰ ਦੀਆਂ, ਮੰਨ ਲਓ ਚੁਗਲੀ ਕਰਨ ਦੀਆਂ, ਬਹੁਤ ਸਾਰੀ ਕਮੀਆਂ ਅਸੀਂ ਆਪਣੇ ਆਪ 'ਚ ਜਾਣਦੇ ਹਾਂ, ਕਿਸੇ ਦੇ ਬਰਖਲਾਫ ਬੋਲਣ ਦੀਆਂ, ਬੁਰਾ ਕਰਨ ਦੀਆਂ, ਬੁਰਾ ਦੇਖਣ ਦੀਆਂ, ਸ਼ਰਾਬ ਪੀਣ ਦੀਆਂ, ਨਸ਼ਾ ਕਰਨ ਦੀਆਂ, ਬਹੁਤ ਸਾਰੀਆਂ ਐਸੀ ਆਦਤਾਂ ਹੋ ਸਕਦੀਆਂ। ਮੈਂ ਨਹੀਂ ਜਾਣਦੀ, ਬਟ ਅਸੀਂ ਦੇਖੀਏ ਕਿ ਅਸੀਂ ਇਸ ਬੁਰਾਈ ਨੂੰ ਕਿੱਦਾਂ ਖਤਮ ਕਰਨਾ ਹੈ। ਪਰਮੇਸ਼ਰ ਦੇ ਵਿੱਚ ਬਣ ਕੇ, ਆਤਮਾ ਦੀ ਤਲਵਾਰ ਲੈ ਕੇ,
ਵਚਨਾਂ ਨੂੰ ਪੜ੍ਹ ਕੇ, ਵਚਨਾਂ ਨੂੰ ਜਾਣ ਕੇ ਕਿੱਦਾਂ ਦਾਊਦ ਨੇ ਪਰਮੇਸ਼ਰ ਦੇ ਨਾਮ ਦੇ ਵਿੱਚ ਇੱਕ ਐਡੇ ਵੱਡੇ 9 ਇੰਚ ਦੇ ਗੋਲੀਅਤ ਨੂੰ ਮਾਰ ਦਿੱਤਾ। ਕਿੱਦਾਂ ਯੇਲ ਨੇ ਹਿੰਮਤ ਕੀਤੀ, ਉਹਦੇ ਅੰਦਰ ਇੰਨੀ ਹਿੰਮਤ ਆਈ ਕਿ ਆਪਣੇ ਘਰ ਅੰਦਰ ਬੰਦਾ ਰੱਖ ਕੇ, ਕੰਬਲ ਦੇ ਕੇ, ਦੁੱਧ ਉਹਨੂੰ ਪਿਲਾ ਕੇ, ਸਵਾ ਕੇ ਫਿਰ ਮਾਰਿਆ। ਉਸਦੀ ਹਿੰਮਤ ਦੇਖੀ ਅਸੀਂ। ਅੱਜ ਅਗਰ ਕੋਈ ਦੁਸ਼ਟ ਆਤਮਾ ਦੇ ਵਿੱਚ ਆ ਜਾਂਦਾ ਤਾਂ ਅਸੀਂ ਡਰੀਏ ਨਾ। ਅਸੀਂ ਪਰਮੇਸ਼ਰ ਦੇ ਨਾਮ 'ਚ ਪਰਮੇਸ਼ਰ ਦੇ ਹਥਿਆਰਾਂ ਨੂੰ ਕੱਸ ਕੇ ਉਹਦੇ ਲਈ ਪ੍ਰਾਰਥਨਾ ਕਰੀਏ ਔਰ ਉਹਨੂੰ ਉਹਦੇ ਬੰਧਨਾਂ ਤੋਂ ਆਜ਼ਾਦ ਕਰਾਈਏ। ਕਿਉਂ? ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤਾ ਹੈ, ਜਾਓ ਜਾ ਕੇ ਪ੍ਰਾਰਥਨਾ ਕਰੋ। ਤੁਸੀਂ ਮੇਰੇ ਨਾਮ 'ਚ ਕਰ ਸਕਦੇ ਹੋ। ਅਸੀਂ ਪਰਮੇਸ਼ਰ ਦੇ ਅਧਿਕਾਰਾਂ ਨੂੰ ਯੂਜ਼ ਤਾਂ ਕਰਾਂਗੇ ਜੇ ਸਾਡੇ ਕੋਲ ਪੂਰੇ ਹਥਿਆਰ ਹੋਣਗੇ। ਹਥਿਆਰ ਹੋਣਗੇ ਤਾਂ ਅਸੀਂ ਆਤਮਿਕ ਲੜਾਈ ਲੜਾਂਗੇ। ਇਹ ਆਤਮਿਕ ਲੜਾਈਆਂ ਹੈ। ਬਿਮਾਰੀ ਨੂੰ ਡਾਂਟਣਾ ਇੱਕ ਆਤਮਿਕ ਲੜਾਈ, ਬਿਮਾਰੀ ਨੂੰ ਖਤਮ ਕਰਨਾ ਜੜ ਤੋਂ ਜ਼ਿੰਦਗੀ ਦੇ ਵਿੱਚ ਇੱਕ ਆਤਮਿਕ ਲੜਾਈ ਹੈ। ਔਰ ਸਾਨੂੰ ਇਸ ਲੜਾਈ ਦੇ ਵਿੱਚ ਬਣਨ ਦੇ ਲਈ ਪੂਰੇ ਹਥਿਆਰ ਚਾਹੀਦੇ ਹੈ। ਆਤਮਾ ਦੀ ਤਲਵਾਰ ਪਰਮੇਸ਼ਰ ਦਾ ਵਚਨ ਚਾਹੀਦਾ ਹੈ, ਵਿਸ਼ਵਾਸ ਦੀ ਢਾਲ ਚਾਹੀਦੀ ਹੈ, ਉਦਾਰ ਦਾ ਟੋਪ ਚਾਹੀਦਾ ਹੈ। ਸਾਨੂੰ ਪਰਮੇਸ਼ਰ ਦੇ ਜੋ ਹਥਿਆਰ ਲਿਖੇ ਇਹ ਸਾਰੇ ਚਾਹੀਦੇ, ਤਾਂ ਹੀ ਅਸੀਂ ਆਪਣੀ ਆਤਮਿਕ ਲੜਾਈ ਲੜ ਕੇ ਜਿੱਤ ਹਾਸਲ ਕਰ ਸਕਦੇ ਹਾਂ, ਜਿਸ ਤਰ੍ਹਾਂ ਉਹ ਯਾਇਲ ਨੇ ਕੀਤੀ। ਦਿਬੋਰਾ ਦੀ ਭਵਿੱਖਬਾਣੀ ਪੂਰੀ ਹੋਈ। ਆਈਏ ਅੱਜ ਅਸੀਂ ਸੋਚੀਏ ਆਪਣੇ ਮਨਾਂ ਦੇ ਵਿੱਚ ਕਿ ਸਾਡੇ ਕੋਲ ਪਰਮੇਸ਼ਰ ਦੇ ਹਥਿਆਰ ਹੈ, ਕਿ ਸਾਡੇ ਕੋਲ ਆਤਮਾ ਦੀ ਤਲਵਾਰ ਵਚਨ ਹੈ, ਕਿ ਜਦੋਂ ਸਾਡੇ ਅੱਗੇ ਸ਼ੈਤਾਨ ਆ ਜਾਏ ਕੋਈ ਵੀ ਕਿਸੇ ਵੀ ਰੂਪ ਦੇ ਵਿੱਚ, ਤਾਂ ਅਸੀਂ ਉਸ ਨੂੰ ਕਿੱਦਾਂ ਡਾਂਟਣਾ ਹੈ, ਕਿੱਦਾਂ ਜ਼ਿੰਦਗੀ ਚੋਂ ਗੈਟ ਆਊਟ ਕਰਨਾ ਹੈ। ਪਰਮੇਸ਼ਰ ਦੇ ਵਚਨ ਕੀ ਅੱਜ ਸਾਡੀ ਜ਼ਿੰਦਗੀ 'ਚ ਹੈ ਕਿ ਅਸੀਂ ਉਸੇ ਸਮੇਂ ਉਸੇ ਹਾਲਾਤ ਦੇ ਦੌਰਾਨ ਉਹ ਵਚਨ ਬੋਲੀਏ ਔਰ ਸ਼ੈਤਾਨ ਭਾਜੜਾ ਪਾਉਂਦਾ ਜਾਵੇ। ਯਿਸੂ ਮਸੀਹ ਦੇ ਅੱਗੇ ਦੁਸ਼ਟ ਆਤਮਾਵਾਂ ਟਿਕ ਨਹੀਂ ਸੀ ਪਾਉਂਦੀਆਂ। ਦੁਸ਼ਟ ਆਤਮਾਵਾਂ ਕੰਬਦੀਆਂ ਤੇ ਡਰਦੀਆਂ ਸੀ ਯਿਸੂ ਮਸੀਹ ਦੇ ਅੱਗੇ। ਅੱਜ ਉਹੀ ਸਾਮਰਥ ਪਰਮੇਸ਼ਰ ਸਾਨੂੰ ਦਿੰਦਾ ਹੈ। ਸਾਡੇ ਅੱਗੇ ਵੀ ਅੰਧਕਾਰ ਦੀਆਂ ਸ਼ਕਤੀਆਂ ਟਿਕ ਨਹੀਂ ਸਕਦੀਆਂ। ਅਸੀਂ ਪਰਮੇਸ਼ਰ ਦੇ ਨਾਮ ਦੇ ਵਿੱਚ ਅੰਧਕਾਰ ਦੀ ਸ਼ਕਤੀਆਂ ਨੂੰ ਡਾਂਟੀਏ, ਫਾਇਰ ਦਈਏ ਉਹਨੂੰ, ਪਰਮੇਸ਼ਰ ਦੀ ਅੱਗ ਦੇ ਨਾਲ ਉਹਨਾਂ ਨੂੰ ਭਸਮ ਕਰੀਏ, ਤਾਂ ਜੋ ਸਾਡੀ ਲਾਈਫ ਚਮਕੇ ਔਰ ਪਰਮੇਸ਼ਰ ਦੇ ਕੰਮਾਂ ਦੇ ਲਈ ਅਸੀਂ ਯੂਜ਼ ਹੋ ਸਕੀਏ। ਐਸਤਰ ਨੇ 3 ਦਿਨ 3 ਰਾਤ ਰੋਜ਼ੇ ਰੱਖ ਕੇ ਆਪਣੀ ਪੂਰੀ ਪ੍ਰਜਾ ਬਚਾਈ। ਅਸੀਂ ਲੋਕ ਬਚਾਨੇ ਆ, ਅਸੀਂ ਰੂਹਾਂ ਬਚਾਨੇ ਆ। ਅਸੀਂ ਪਰਮੇਸ਼ਰ ਦਾ ਉਸ ਬੋਝ ਨਾਲ ਕੰਮ ਕਰਦੇ ਆ। ਅੱਜ ਬਹੁਤ ਸਾਰੇ ਲੋਕ ਆ ਹਜੇ ਵੀ ਅੰਧਕਾਰ 'ਚ ਨੇ। ਹਜੇ ਵੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਕੋਲ ਵਚਨ ਨਹੀਂ ਪਹੁੰਚਿਆ, ਕਿਉਂਕਿ ਬਾਣੀ 'ਚ ਲਿਖਿਆ ਹਰ ਇੱਕ ਘੁਟਨਾ ਟਿਕੇਗਾ, ਹਰ ਇੱਕ ਜ਼ੁਬਾਨ ਇਕਰਾਰ ਕਰੇਗੀ ਕਿ ਯਿਸੂ ਮਸੀਹ ਹੀ ਪਰਮੇਸ਼ਵਰ ਹੈ। ਅੱਜ ऐसा समा आ गया कि अद्धे लोगों ने, नर्सिस डॉक्टर्स ने घुटने टिका दिते कि जो कर सकता है गॉड कर सकता है। हजे भी कई लोग ऐसे ने ਜਿਹੜੇ ਹਜੇ ਵੀ ਰਹਿੰਦੇ ਨੇ, ਜਿਨ੍ਹਾਂ ਦੀ ਅੱਖਾਂ ਖੋਲਣ ਵਾਲੀਆਂ ਉਹ ਪਰਮੇਸ਼ਰ ਦੇ ਵਚਨ ਦੇ ਨਾਲ, ਉਹਦੀ ਕਿਰਪਾ ਦੇ ਨਾਲ, ਉਹਦੇ ਅਨੁਗ੍ਰਹਿ ਦੇ ਨਾਲ ਹੀ ਇਹ ਸਾਰੇ ਕੰਮ ਹੋ ਸਕਦੇ ਆ। ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ। ਵਿਦਆਊਟ ਹੋਲੀ ਸਪਿਰਿਟ, ਵਿਦਆਊਟ ਵਰਡ ਆਫ ਗੋਡ, ਵਿਦਆਊਟ ਅਨੋਇੰਟਿੰਗ ਵੀ ਕਾਂਟ ਡੂ ਐਨੀਥਿੰਗ। We need Jesus, we need his power. ਸਾਨੂੰ ਉਹਦੀ ਪਾਵਰ ਦੀ ਲੋੜ ਹੈ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਮਹਾਨ ਸਰਵਸ਼ਕਤੀਮਾਨ ਪਿਤਾ ਜੀ, ਤੇਰਾ ਧੰਨਵਾਦ ਕਰਦੇ ਨੇ ਸੁੰਦਰ ਵਚਨਾਂ ਦੇ ਲਈ ਪਿਤਾ ਜੀ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਪਿਤਾ ਜੀ। ਹੁਣ ਇਹਦੇ ਸਾਨੂੰ ਵੀ ਆਤਮਿਕ ਲੜਾਈ ਦੇ ਲੜਨ ਦੇ ਲਈ ਪੂਰੀ ਤਰੀਕੇ ਨਾਲ ਤਿਆਰ ਕਰ ਪਿਤਾ। ਸਾਨੂੰ ਸਾਰੇ ਆਪਣੇ ਸ਼ਸਤਰ ਵਸਤਰ ਦੇ, ਤਾਂ ਜੋ ਅਸੀਂ ਅੰਧਕਾਰ ਦੀਆਂ ਸ਼ਕਤੀਆਂ ਦੇ ਨਾਲ ਲੜ ਕੇ ਅੰਧਕਾਰ ਦੀਆਂ ਸ਼ਕਤੀਆਂ ਨੂੰ ਖਤਮ ਕਰ ਦਈਏ ਪਿਤਾ ਜੀ। ਸਾਰੇ ਅੰਧਕਾਰ ਦੇ ਕੰਮਾਂ ਨੂੰ ਖਤਮ ਕਰ ਦਈਏ ਪਿਤਾ ਜੀ। ਸ਼ੈਤਾਨ ਦੇ ਸਾਰੀ ਤਾਕਤਾਂ ਨੂੰ, ਜਾਦੂ ਟੂਣੇ ਦੀ ਪਾਵਰਾਂ ਨੂੰ ਖਤਮ ਕਰ ਦਈਏ ਪਿਤਾ ਜੀ। ਲੋਕਾਂ ਦੀ ਜ਼ਿੰਦਗੀ ਬਚ ਜਾਏ, ਸਾਡੀ ਜ਼ਿੰਦਗੀ ਬਚ ਜਾਏ ਪਿਤਾ। ਤੇਰਾ ਨਾਮ, ਤੇਰਾ ਜਲਾਲ ਸਾਡੀ ਜ਼ਿੰਦਗੀਆਂ 'ਚ ਨਜ਼ਰ ਆਵੇ। ਤੂੰ ਮਹਾਨ ਮੰਨਿਆ ਜਾਵੇ ਪਿਤਾ। ਤੇਰਾ ਨਾਮ ਉੱਚਾ ਕੀਤਾ ਜਾਵੇ। ਔਰ ਜਿੱਦਾਂ ਅਸੀਂ ਜਾਣਿਆ ਕਿ ਸੱਚਾ ਔਰ ਜ਼ਿੰਦਾ ਖੁਦਾ ਤੂੰ ਹੈ, ਤੇਰੇ ਤੋਂ ਸਿਵਾਏ ਹੋਰ ਕੋਈ ਨਹੀਂ ਜੋ ਸਾਨੂੰ ਬਚਾ ਸਕਦਾ। ਇਸੇ ਤਰ੍ਹਾਂ ਲੋਕ ਵੀ ਤੈਨੂੰ ਜਾਣ ਪਹਿਚਾਨ ਜਾਣ ਪ੍ਰਭੂ। ਉਹਨਾਂ ਦੀ ਬੁੱਧੀ ਨੂੰ ਖੋਲ, ਆਤਮਿਕ ਬੁੱਧੀ ਨੂੰ ਖੋਲ, ਆਤਮਿਕ ਅੱਖਾਂ ਨੂੰ ਖੋਲ ਪਿਤਾ ਜੀ। ਖੁਦਾਵੰਦ ਆਪਣੇ ਵਚਨ ਦੇ ਹੋਰ ਗਹਿਰੇ ਭੇਦ ਦੇ ਪਿਤਾ ਜੀ। ਤੇਰਾ ਧੰਨਵਾਦ ਕਰਦੇ ਹਾਂ, ਤੇਰੀ ਤਾਰੀਫ ਕਰਦੇ ਹਾਂ। ਤੁਹਾਡੀ ਇੱਛਾ ਮਰਜ਼ੀ ਪੂਰੀ ਹੋਏ ਪਿਤਾ ਪਰਮੇਸ਼ਵਰ। ਸਾਨੂੰ ਪਿਤਾ ਜੀ ਇਸਤੇਮਾਲ ਕਰੋ ਆਪਣੇ ਕੰਮਾਂ ਦੇ ਲਈ ਪਿਤਾ ਜੀ। ਖੁਦਾਵੰਦ ਖੁਦਾ, ਤੇਰਾ ਨਾਮ ਉੱਚਾ ਕੀਤਾ ਜਾਏ।
ਯਿਸੂ ਮਸੀਹ ਦੇ ਨਾਮ 'ਚ ਮੰਗਦੇ, ਆਮੀਨ ਆਮੀਨ ਆਮੀਨ।